ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ ਦੀ ਜੀਵਨ ਕੋਤਕ ਭਾਗ ਪਹਿਲਾ ਪ੍ਰਸੰਗ ਨੰਬਰ 12 ਆਪ ਜੀ ਨਾਲ ਸਾਂਝਾ ਕਰ ਰਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਪੂਰਥਲੇ ਪਹੁੰਚਣਾ। ਇਸ ਪਿੰਡ ਤੋਂ ਥੋੜੀ ਦੂਰ ਜਾਣ ਤੋਂ ਬਾਅਦ ਇੱਕ ਗੱਡੇ ਵਾਲਾ ਮਿਲਿਆ। ਪੁੱਛਣ ਲੱਗਾ, ਸੰਤ ਜੀ ਕਿੱਥੇ ਜਾਓਗੇ? ਉੱਤਰ ਦਿੱਤਾ, ਅਨੰਦਪੁਰ ਸਾਹਿਬ ਵੱਲ। ਉਹ ਕਹਿਣ ਲੱਗਾ, ਤੁਸੀਂ ਤਾਂ ਤੁਰਦੇ ਹੀ ਹੌਲੀ ਹੌਲੀ ਹੋ, ਇਸ ਤਰ੍ਹਾਂ ਕਦੋਂ ਪਹੁੰਚੋਗੇ? ਆਪ ਨੇ ਦੱਸਿਆ, ਸਰੀਰ ਨੂੰ ਤਕਲੀਫ ਹੋਣ ਕਰਕੇ ਤੁਰਿਆ ਨਹੀਂ ਜਾਂਦਾ। ਗੱਡੇ ਵਾਲਾ ਬੋਲਿਆ, ਕਪੂਰਥਲੇ ਤੱਕ ਮੇਰੇ ਨਾਲ ਚਲੇ ਚਲੋ, ਉੱਥੇ ਤੱਕ ਮੈਂ ਪਹੁੰਚਾ ਦਿਆਂਗਾ। ਮੈਂ ਉੱਥੇ ਤੱਕ ਹੀ ਜਾਣਾ ਹੈ। ਆਪ ਨੇ ਕਿਹਾ, ਨਹੀਂ, ਸਾਡਾ ਕੰਮ ਹੀ ਰੋਜ਼ ਬਾਹਰ ਰਹਿਣ ਦਾ ਹੈ, ਕਿੱਥੇ ਸਵਾਰੀ ਭਾਲਾਂਗੇ, ਤੂੰ ਜਾ। ਉਹ ਕਹਿਣ ਲੱਗਾ, ਹੁਣ ਤੇ ਤੁਸੀਂ ਬੈਠ ਜਾਓ। ਉਸਨੇ ਕਈ ਵਾਰ ਕਹਿਣ ਤੇ ਬਾਬਾ ਹਰਨਾਮ ਸਿੰਘ ਜੀ ਉਸ ਦੇ ਗੱਡੇ ਵਿੱਚ ਬੈਠ ਗਏ। ਉਸਨੇ ਗੱਡੇ ਉੱਤੇ ਮੰਜੀ ਰੱਖੀ ਹੋਈ ਸੀ। ਕਹਿਣ ਲੱਗਾ, ਇਸ ਉੱਤੇ ਆਰਾਮ ਨਾਲ ਬੈਠ ਜਾਓ। ਆਪ ਹੱਸ ਕੇ ਕਹਿਣ ਲੱਗੇ, ਬਈ ਤੇਰੇ ਗੱਡੇ ਤੇ ਬੈਠਣ ਲਈ ਸਾਡੇ ਕੋਲ ਤੈਨੂੰ ਦੇਣ ਵਾਸਤੇ ਕੁਝ ਵੀ ਨਹੀਂ ਹੈ, ਸੋ ਮੰਜੀ ਉੱਤੇ ਬੈਠ ਗਏ ਤੇ ਤੂੰ ਭਾੜਾ ਮੰਗੇਗਾ। ਉਹ ਬੋਲਿਆ, ਜੀ ਮੈਂ ਕੁਛ ਨਹੀਂ ਮੰਗਦਾ, ਬਸ ਤੁਸੀਂ ਬੈਠ ਜਾਓ। ਆਪ ਬੈਠ ਗਏ। ਗੱਡਾ ਹੌਲੀ ਹੌਲੀ ਤੁਰਦਾ ਰਿਹਾ। ਰਸਤੇ ਵਿੱਚ ਜਿੱਥੇ ਸ਼ਾਮ ਪੈ ਗਈ, ਉੱਥੇ ਗੱਡਾ ਰੋਕ ਦਿੱਤਾ। ਉਸਨੇ ਰੋਟੀ ਤਿਆਰ ਕਰ ਲਈ ਤੇ ਕਹਿਣ ਲੱਗਾ, ਸੰਤ ਜੀ ਰੋਟੀ ਖਾ ਲਓ। ਆਪ ਕਹਿਣ ਲੱਗੇ, ਸਾਨੂੰ ਤਾਂ ਭੁੱਖ ਹੈ ਨਹੀਂ, ਤੂੰ ਖਾ ਲੈ। ਉਸਨੇ ਕਿਹਾ, ਤੁਹਾਡੇ ਵਾਸਤੇ 2 ਰੋਟੀਆਂ ਰੱਖ ਦਿੱਤੀਆਂ ਹਨ, ਜਦੋਂ ਚਿੱਤ ਮੰਨੇ ਖਾ ਲੈਣਾ। ਇਉਂ ਕਹਿ ਕੇ ਪ੍ਰਸ਼ਾਦੇ ਬਾਬਾ ਜੀ ਦੇ ਦੁਪੱਟੇ ਵਿੱਚ ਲਪੇਟ ਦਿੱਤੇ। ਆਪ ਰੋਟੀ ਖਾ ਲਈ ਤੇ ਹੱਥ ਧੋ ਕੇ ਕਹਿਣ ਲੱਗਾ, ਸੰਤ ਜੀ ਮੈਂ ਥੱਕਿਆ ਹੋਇਆ ਹਾਂ, ਆਰਾਮ ਕਰਦਾ ਹਾਂ। ਇਉਂ ਕਹਿ ਕੇ ਬੋਰੀ ਉੱਤੇ ਦਰੀ ਵਿਛਾ ਕੇ ਜ਼ਮੀਨ ਤੇ ਲੇਟ ਗਿਆ। ਬਾਬਾ ਜੀ ਕਹਿਣ ਲੱਗੇ, ਤੂੰ ਗੱਡੇ ਉੱਤੇ ਮੰਜੀ ਪਈ ਹੈ, ਤੂੰ ਉੱਤੇ ਲੰਮਾ ਪੈ ਜਾ। ਉਹ ਕਹਿਣ ਲੱਗਾ, ਮੰਜੀ ਤੁਹਾਡੇ ਨਿਮਿਤ ਹੀ ਹੈ, ਹੁਣ ਨਾਲੇ ਤੁਸੀਂ ਉੱਪਰ ਸਾਰੀ ਨਿਗਾਹ ਰੱਖੋਗੇ। ਥੋੜੇ ਚਿਰ ਸੌਣ ਤੋਂ ਬਾਅਦ ਜਦੋਂ ਉਸਨੇ ਬਲਦ ਉੱਤੇ ਨਿਗਾਹ ਮਾਰੀ ਤਾਂ ਇੱਕ ਬਲਦ ਲਿਟ ਰਿਹਾ ਸੀ, ਜਿਵੇਂ ਬੜੀ ਦਰਦ ਹੋਵੇ। ਮਾਲੂਮ ਹੁੰਦਾ ਸੀ ਕਿ ਹੁਣ ਮਰਿਆ ਕਿ ਮਰਿਆ। ਇਹ ਵੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ। ਆਵਾਜ਼ ਸੁਣ ਕੇ ਬਾਬਾ ਜੀ ਨੇ ਨੇਤਰ ਖੋਲੇ। ਪੁੱਛਣ ਲੱਗੇ, ਕਿਉਂ ਭਾਈ, ਕੀ ਗੱਲ ਹੋਈ ਹੈ? ਰੋਂਦਾ ਹੋਇਆ ਬੋਲਿਆ, ਜੀ ਮੈਂ ਮਾਰਿਆ ਗਿਆ, ਗਰੀਬ ਆਦਮੀ ਹਾਂ, ਵਿਆਹ ਤੋਂ ਪੈਸੇ ਲੈ ਕੇ ਇਹ ਬਲਦ ਖਰੀਦਿਆ ਸੀ। ਛੋਟੇ ਛੋਟੇ ਬੱਚੇ ਹਨ, ਜ਼ਮੀਨ ਗਹਿਣੇ ਪਾਈ ਹੈ, ਹੋਰ ਕੋਈ ਰੋਜੀ ਦਾ ਵਸੀਲਾ ਨਹੀਂ। ਇਹ ਬਲਦ ਹੀ ਸੀ ਜਿਸ ਨਾਲ ਸਮਾਨ ਢੋ ਕੇ ਗੁਜ਼ਾਰਾ ਕਰਦਾ ਸੀ। ਆਪ ਕਹਿਣ ਲੱਗੇ, ਤਕੜਾ ਹੋ, ਜਿਸ ਨੇ ਪੈਦਾ ਕੀਤਾ ਹੈ ਉਹ ਰੋਜੀ ਵੀ ਦੇਵੇਗਾ, ਹੌਸਲਾ ਕਰ। ਕਹਿਣ ਲੱਗਾ, ਕਿਵੇਂ ਹੌਸਲਾ ਕਰਾਂ? ਸਿਰ ਤੇ ਮੁਕੱਦਮਾ ਚੱਲਦਾ ਹੈ, ਉਸ ਦਾ ਕੱਲ ਫੈਸਲਾ ਹੈ, ਜਿਸ ਕਰਕੇ ਕਪੂਰਥਲੇ ਜਾ ਰਿਹਾ ਹਾਂ। ਉੱਤੋਂ ਇਹ ਬਲਦ ਮਰ ਗਿਆ ਹੈ। ਰੋਂਦਾ ਵੇਖ ਕੇ ਮਨ ਵਿੱਚ ਦਇਆ ਆਈ। ਮਹਾਂਪੁਰਖਾਂ ਦਾ ਮਨ ਬੜਾ ਨਿਰਮਲ ਤੇ ਕੋਮਲ ਹੁੰਦਾ ਹੈ। ਬਾਬਾ ਜੀ ਨੇ ਪੁੱਛਿਆ ਕਿ ਜਿਹੜੀਆਂ 2 ਰੋਟੀਆਂ ਸਾਡੇ ਲਈ ਰੱਖੀਆਂ ਹਨ, ਉਹ ਲਿਆ ਕਿੱਥੇ ਹਨ? ਉਸਨੇ ਬਾਬਾ ਜੀ ਦੇ ਪੜਨੇ ਤੋਂ 2 ਰੋਟੀਆਂ ਕੱਢ ਕੇ ਬਾਬਾ ਜੀ ਨੂੰ ਫੜਾ ਦਿੱਤੀਆਂ। ਇੱਕ ਰੋਟੀ ਕੱਢ ਕੇ ਕਹਿਣ ਲੱਗੇ, ਇਹ ਰੋਟੀ ਬਲਦ ਨੂੰ ਖਵਾ ਦੇ। ਉਹ ਕਹਿਣ ਲੱਗਾ, ਉਹ ਜ਼ਮੀਨ ਤੇ ਤੜਪ ਰਿਹਾ ਹੈ, ਰੋਟੀ ਕਿਵੇਂ ਖਾਵੇਗਾ? ਆਪ ਕਹਿਣ ਲੱਗੇ, ਤੂੰ ਉਸ ਕੋਲ ਜਾ, ਮੂੰਹ ਅੱਗੇ ਤਾਂ ਕਰ, ਇੱਥੇ ਗੱਲਾਂ ਕਰੀ ਜਾਂਦਾ ਹੈ। ਜਿਸ ਵੇਲੇ ਰੋਟੀ ਲੈ ਕੇ ਗਿਆ, ਬਲਦ ਨੇ ਝੱਟ ਮੂੰਹ ਵਿੱਚ ਪਾ ਲਈ। ਖਾਣ ਸਾਰੀ ਬਲਦ ਉੱਠ ਕੇ ਖਲੋ ਗਿਆ। ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, ਮ੍ਰਿਤਕ ਕੇ ਪਾਈਏ ਤਨ ਸਾਸਾ। ਉਹ ਖੁਸ਼ ਹੋ ਗਿਆ। ਆਪ ਕਹਿਣ ਲੱਗੇ, ਤੂੰ ਹੁਣ ਬੇਫਿਕਰ ਹੋ ਕੇ ਸੋ ਜਾ। ਪਰ 1-2 ਵਾਰੀ ਬਲਦ ਨੂੰ ਦੇਖਿਆ, ਬਲਦ ਬਿਲਕੁਲ ਠੀਕ ਸੀ। ਜਿਤਨੀ ਵਾਰ ਉਹ ਉੱਠਿਆ, ਬਾਬਾ ਜੀ ਉਸ ਨੂੰ ਬੈਠੇ ਹੀ ਨਜ਼ਰ ਆਏ। ਜਦੋਂ ਦਿਨ ਚੜ੍ਹਿਆ, ਚੱਲਣ ਦੀ ਤਿਆਰੀ ਕੀਤੀ। ਉਸਨੇ ਬਾਬਾ ਜੀ ਨੂੰ ਕਿਹਾ, ਮਹਾਰਾਜ ਕਦੋਂ ਮੇਰੇ ਵੀ ਚੰਗੇ ਦਿਨ ਆਣਗੇ? ਜਦੋਂ
ਦੀ ਮੈਂ ਹੋਸ਼ ਸੰਭਾਲੀ ਹੈ। ਮੈਂ ਕਦੇ ਇੱਕ ਦਿਨ ਵੀ ਸੁੱਖ ਦਾ ਨਹੀਂ ਦੇਖਿਆ। ਇਸ ਤਰ੍ਹਾਂ ਕਹਿ ਕੇ ਰੋ ਪਿਆ। ਆਪ ਜੀ ਨੇ ਉੱਤਰ ਦਿੱਤਾ, ਨਾ ਕਦੇ ਹਮੇਸ਼ਾ ਚੰਗੇ ਦਿਨ ਰਹਿੰਦੇ ਹਨ, ਨਾ ਕਦੇ ਬੁਰੇ ਦਿਨ। ਤੂੰ ਕਿਰਤ ਕਮਾਈ ਕਰੀ ਚੱਲ, ਪਰਮੇਸ਼ਰ ਭਲੀ ਕਰੇਗਾ। ਉਹ ਬੋਲਿਆ, ਜੀ ਇੱਕ ਮੇਰੇ ਤੇ ਕਿਸੇ ਨੇ ਮੁਕੱਦਮਾ ਕੀਤਾ ਹੈ। ਕਚਹਿਰੀ ਵਿੱਚ ਅੱਜ ਉਸ ਦਾ ਫੈਸਲਾ ਹੋਣਾ ਹੈ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਫੈਸਲਾ ਤੇਰੇ ਹੱਕ ਵਿੱਚ ਹੋਵੇਗਾ, ਅੱਜ ਹੀ ਹੋਵੇਗਾ। ਉਹ ਬੋਲਿਆ, ਜੀ ਜਿਸ ਬੰਦੇ ਨਾਲ ਮੇਰਾ ਮੁਕੱਦਮਾ ਹੈ ਉਹ ਬੜਾ ਜ਼ੋਰ ਵਾਲਾ ਹੈ, ਇੱਥੇ ਉਸਦੀ ਬੜੀ ਚਲਦੀ ਹੈ। ਆਪ ਹੱਸ ਕੇ ਬੋਲੇ, ਜੇ ਤੈਨੂੰ ਨਹੀਂ ਇਤਬਾਰ ਤਾਂ ਅਸੀਂ ਉਤਨਾ ਚਿਰ ਗੱਡੇ ਤੇ ਹੀ ਰਹਾਂਗੇ, ਥੱਲੇ ਪੈਰ ਵੀ ਨਹੀਂ ਲਾਉਂਦੇ। ਕਪੂਰ ਥੱਲੇ ਪਹੁੰਚ ਕੇ ਉਸਨੇ ਗੱਡਾ ਰੋਕ ਦਿੱਤਾ। ਆਪ ਬੋਲੇ, ਤਾਂ ਜਾ ਬੇਫਿਕਰ ਹੋ ਕੇ, ਜਾਂ ਤੇਰਾ ਮੁਕੱਦਮਾ ਜਿਤਾ ਕੇ ਹੀ ਇੱਥੋਂ ਜਾਵਾਂਗੇ। ਉਹ ਕਚਹਿਰੀ ਚਲਾ ਗਿਆ। ਜਿਸ ਵੇਲੇ ਅਦਾਲਤ ਲੱਗੀ, ਪਹਿਲਾ ਨੰਬਰ ਹੀ ਇਸ ਦਾ ਆਇਆ। ਜੱਜ ਬੋਲਿਆ, ਇਸ ਬੰਦੇ ਦਾ ਸਾਰਾ ਮੁਕੱਦਮਾ ਸੁਣ ਕੇ ਫੈਸਲਾ ਉਸ ਦੇ ਹੱਕ ਵਿੱਚ ਜਾਂਦਾ ਹੈ। ਬਸ ਫਿਰ ਕੀ ਸੀ, ਖੁਸ਼ੀ ਗੱਡੇ ਕੋਲ ਆਇਆ। ਆਉਂਦੇ ਸਾਰ ਹੀ ਬਾਬਾ ਜੀ ਉਸ ਨੂੰ ਹੱਸ ਕੇ ਕਹਿਣ ਲੱਗੇ, ਤੇਰਾ ਕੰਮ ਤੇ ਰਾਤ ਨੂੰ ਹੀ ਕਰ ਦਿੱਤਾ ਸੀ, ਤੂੰ ਐਵੇਂ ਡਰੀ ਜਾ ਰਿਹਾ ਸੀ। ਗੱਡੇ ਵਾਲਾ ਬਾਬਾ ਜੀ ਨੂੰ ਕਹਿਣ ਲੱਗਾ, ਮੈਨੂੰ ਤਾਂ ਰੱਬ ਨੇ ਹੀ ਤੁਹਾਡੇ ਨਾਲ ਮਿਲਾ ਦਿੱਤਾ ਹੈ, ਮੇਰ ਹੋਈ ਮੇਰੇ ਗਰੀਬ ਤੇ। ਬਾਬਾ ਜੀ ਨੇ ਕਿਹਾ, ਅਸੀਂ ਤਾਂ ਹੁਣ ਚੱਲਦੇ ਹਾਂ। ਪਰ ਤੁਰਨ ਲੱਗੇ 3 ਬਚਨ ਕੀਤੇ। ਪਹਿਲਾ, ਇੱਕ ਤਾਂ ਕਿਸੇ ਦਾ ਹੱਕ ਨਹੀਂ ਰੱਖਣਾ। ਦੂਜਾ, ਜਿਨ੍ਹਾਂ ਤੋਂ ਸੰਕੇ ਪਰਮੇਸ਼ਰ ਨੂੰ ਯਾਦ ਕਰਨਾ। ਤੀਸਰਾ, ਸਾਧੂ ਮਹਾਤਮਾ ਦੀ ਸੇਵਾ ਕਰਨੀ। ਪਿਆਰੀ ਸਾਧ ਸੰਗਤ ਜੀ, ਇੱਥੇ ਪ੍ਰਸੰਗ ਨੰਬਰ 11 ਦੀ ਸਮਾਪਤੀ ਹੁੰਦੀ ਹੈ। ਗਲਤੀਆਂ ਦੀ ਮਾਫੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।